हाँ जी बेटा, ਸਾਡਾ ਅੱਜ ਦਾ ਟੌਪਿਕ ਹੈ ਕੈਮੀਕਲ ਕਾਇਨੈਟਿਕਸ। ਸੋ ਇਸ ਚੈਪਟਰ ਦੇ ਵਿੱਚ ਅਸੀਂ ਇਹਦੀ ਇੰਟਰੋਡਕਸ਼ਨ ਦੇਖਾਂਗੇ ਪਹਿਲਾਂ ਕਾਇਨੈਟਿਕਸ ਦਾ ਕੀ ਮਤਲਬ ਹੁੰਦਾ ਹੈ ਤੇ ਇਹਦੇ ਵਿੱਚ ਅਸੀਂ ਆਰਡਰ ਆਫ ਰਿਐਕਸ਼ਨ ਤੱਕ ਪੜਾਂਗੇ ਬੇਟਾ। ਸੋ ਕੈਮੀਕਲ ਕਾਇਨੈਟਿਕਸ ਬੇਟਾ ਜਿੱਦਾਂ ਤੁਸੀਂ ਕਾਇਨੈਟਿਕ ਹੋਂਡਾ ਵੀ ਸੁਣਿਆ ਹੋਣਾ, ਕਾਇਨੈਟਿਕਸ ਦਾ ਮਤਲਬ ਹੁੰਦਾ ਹੈ ਮੋਸ਼ਨ, ਸਪੀਡ। ਸੋ ਕੈਮੀਕਲ ਕਾਇਨੈਟਿਕਸ ਦਾ ਮਤਲਬ ਇੱਥੇ ਕਿਹਦੀ ਸਪੀਡ ਹੋਗੀ, ਇੱਥੇ ਮੋਲੀਕਿਊਲਸ ਦੀ ਸਪੀਡ ਹੋਗੀ, ਪਾਰਟੀਕਲਸ ਦੀ, ਆਇਨਸ ਦੀ, ਵੀ ਕਿਸ ਸਪੀਡ ਤੇ ਉਹ ਮੂਵ ਕਰਦੇ ਨੇ ਤੇ ਉਹ ਰਿਐਕਟ ਕਰਦੇ ਨੇ। ਸੋ ਇਹਦੇ ਵਿੱਚ ਅਸੀਂ ਕਰਾਂਗੇ ਰੇਟ ਆਫ ਰਿਐਕਸ਼ਨ ਦੀ ਗੱਲ, ਮੀਨਸ ਕਿਸ ਸਪੀਡ ਤੇ ਰਿਐਕਸ਼ਨ ਹੋ ਰਿਹਾ ਹੈ ਔਰ ਕਿਹੜੇ ਕਿਹੜੇ ਫੈਕਟਰਸ ਨੇ ਵਿਚ ਅਫੈਕਟ ਰੇਟ ਆਫ ਰਿਐਕਸ਼ਨ। ਐਂਡ ਇਹਦੇ ਵਿੱਚ ਹੀ ਅਸੀਂ ਨਾਲ ਕਰਾਂਗੇ ਆਰਡਰ ਆਫ ਰਿਐਕਸ਼ਨ। ਸੋ ਇਹ ਇੰਨੀਆਂ ਕੁ ਚੀਜ਼ਾਂ ਅਸੀਂ ਇਸ 'ਚ ਅੱਜ ਦੇ ਵੀਡੀਓ 'ਚ ਕਵਰ ਕਰਾਂਗੇ। ਸੋ ਲੈਟਸ ਮੂਵ ਔਨ। ਸਭ ਤੋਂ ਪਹਿਲਾਂ ਅਸੀਂ ਪੜ੍ਹਦੇ ਹਾਂ ਰੇਟ ਆਫ ਅ ਰਿਐਕਸ਼ਨ। ਰੇਟ ਆਫ ਅ ਰਿਐਕਸ਼ਨ ਦਾ ਕੀ ਮਤਲਬ ਹੈ ਵੀ ਕਿਸ ਸਪੀਡ ਤੇ ਕੋਈ ਰਿਐਕਸ਼ਨ ਹੋ ਰਿਹਾ ਹੈ। ਜਿਵੇਂ ਕਾਰ ਦੀ ਸਪੀਡ ਹੁੰਦੀ ਹੈ, ਆਪਾਂ ਕਹਿੰਦੇ 60 ਦੀ ਸਪੀਡ ਤੇ, 70 ਦੀ ਸਪੀਡ ਤੇ ਚੱਲ ਰਹੀ ਹੈ। ਸੋ ਡਿਸਟੈਂਸ ਕਵਰਡ ਓਵਰ ਟਾਈਮ ਟੇਕਨ ਹੁੰਦਾ ਉੱਥੇ, ਵੀ ਕਿੰਨੇ ਟਾਈਮ 'ਚ ਕਿੰਨਾ ਡਿਸਟੈਂਸ ਕਵਰ ਕੀਤਾ। ਹੁਣ ਕੈਮਿਸਟਰੀ ਦੇ ਵਿੱਚ ਜਿਹੜਾ ਹੈਗਾ ਇੱਥੇ ਸਪੀਡ ਆਫ ਰਿਐਕਸ਼ਨ ਦਾ ਮਤਲਬ ਕੀ ਹੈ, ਸਾਡੇ ਰਿਐਕਟੈਂਟ ਦੌੜ ਤਾਂ ਨਹੀਂ ਰਹੇ, ਸੜਕ ਤੇ ਤਾਂ ਨਹੀਂ ਜਾ ਰਹੇ। ਇੱਥੇ ਕੀ ਹੋ ਰਿਹਾ, ਦੇ ਆਰ ਗੈਟਿੰਗ ਕਨਵਰਟਡ ਇਨਟੂ ਪ੍ਰੋਡਕਟਸ। ਸੋ ਇੱਥੇ ਅਸੀਂ ਰੇਟ ਆਫ ਰਿਐਕਸ਼ਨ ਨੂੰ ਡਿਫਾਈਨ ਕਰਾਂਗੇ। ਇਟ ਇਜ਼ ਦ ਸਪੀਡ ਐਟ ਵਿਚ ਰਿਐਕਟੈਂਟਸ ਆਰ ਕੰਜ਼ਿਊਮਡ, ਰਿਐਕਟੈਂਟ ਖਤਮ ਹੋ ਰਹੇ ਨੇ ਔਰ ਪ੍ਰੋਡਕਟਸ ਬਣ ਰਹੇ ਨੇ। ਸੋ ਦ ਸਪੀਡ ਐਟ ਵਿਚ ਰਿਐਕਟੈਂਟਸ ਆਰ ਕੰਜ਼ਿਊਮਡ ਔਰ ਪ੍ਰੋਡਕਟਸ ਆਰ ਫਾਰਮਡ, ਠੀਕ ਹੈ, ਐਟ ਅ ਸਪੈਸੀਫਿਕ ਪੀਰੀਅਡ ਆਫ ਟਾਈਮ। ਗਿਵਨ ਟਾਈਮ ਦੇ ਵਿੱਚ ਕਿਸ ਸਪੀਡ ਤੇ ਰਿਐਕਟੈਂਟਸ ਕਨਵਰਟ ਹੋ ਰਹੇ ਨੇ ਪ੍ਰੋਡਕਟ ਦੇ ਵਿੱਚ। ਸੋ ਰਿਐਕਟੈਂਟ ਦੀ ਕੰਸਨਟ੍ਰੇਸ਼ਨ ਹੌਲੀ ਹੌਲੀ ਟਾਈਮ ਦੇ ਨਾਲ ਘਟੀ ਜਾਏਗੀ, ਪ੍ਰੋਡਕਟ ਦੀ ਕੰਸਨਟ੍ਰੇਸ਼ਨ ਵਿਦ ਦ ਪੈਸੇਜ ਆਫ ਟਾਈਮ ਵਧੀ ਜਾਊ। ਸੋ ਕਿਸ ਸਪੀਡ ਤੇ ਹੋ ਰਿਹਾ ਉਹਨੂੰ ਅਸੀਂ ਬੋਲਾਂਗੇ ਰੇਟ ਆਫ ਰਿਐਕਸ਼ਨ। ਸੋ ਰੇਟ ਆਫ ਰਿਐਕਸ਼ਨ ਦਾ ਮਤਲਬ ਹੈ ਵੀ ਕਿਸ ਸਪੀਡ ਤੇ ਰਿਐਕਟੈਂਟਸ ਦੀ ਕੰਸਨਟ੍ਰੇਸ਼ਨ ਘਟ ਰਹੀ ਹੈ ਤੇ ਪ੍ਰੋਡਕਟਸ ਦੀ ਕੰਸਨਟ੍ਰੇਸ਼ਨ ਵਧ ਰਹੀ ਹੈ। ਠੀਕ ਹੈ ਜੀ। ਮੈਥਮੈਟੀਕਲ ਫਾਰਮੂਲੇਸ਼ਨ ਅਸੀਂ ਹੁਣ ਕਿਸ ਤਰ੍ਹਾਂ ਲਿਖਣਾ ਕਿਵੇਂ ਹੈ, ਵਾਟ ਇਜ਼ ਦ ਐਕਸਪ੍ਰੈਸ਼ਨ ਯੂਜ਼ ਟੂ ਰਾਈਟ ਰੇਟ ਆਫ ਅ ਰਿਐਕਸ਼ਨ, ਉਸ 'ਤੇ ਧਿਆਨ ਦਿਓ। ਸੋ ਐਵਰੇਜ ਰਿਐਕਸ਼ਨ ਰੇਟ ਨੂੰ ਅਸੀਂ ਕਿੱਦਾਂ ਲਿਖਦੇ ਹਾਂ, ਇਟ ਇਜ਼ ਮੈਜਰਡ ਓਵਰ ਅ ਫਾਈਨਾਈਟ ਟਾਈਮ ਇੰਟਰਵਲ ਡੈਲਟਾ ਟੀ, ਵੀ ਗਿਵਨ ਟਾਈਮ ਦੇ ਵਿੱਚ ਕਿੰਨਾ ਹੋਇਆ, ਕਿੰਨੀ ਕੰਸਨਟ੍ਰੇਸ਼ਨ ਦੇ ਵਿੱਚ ਚੇਂਜ ਆਈ। ਸੋ ਇਟ ਇਜ਼ ਐਕਸਪ੍ਰੈਸਡ ਐਸ ਚੇਂਜ ਇਨ ਮੋਲਰ ਕੰਸਨਟ੍ਰੇਸ਼ਨ ਡਿਵਾਈਡਡ ਬਾਈ ਟਾਈਮ। ਸੋ ਮੋਲਰ ਕੰਸਨਟ੍ਰੇਸ਼ਨ ਨੂੰ ਅਸੀਂ ਹਮੇਸ਼ਾ ਸਕੁਆਇਰ ਬ੍ਰੈਕਟ ਦੇ ਵਿੱਚ ਲਿਖਦੇ ਹਾਂ। ਠੀਕ ਹੈ, ਸਕੁਆਇਰ ਬ੍ਰੈਕਟ ਦੇ ਵਿੱਚ ਕੁਝ ਵੀ ਲਿਖ ਰੱਖਿਆ ਹੈ, ਇਹ ਰਿਐਕਟੈਂਟ ਲਿਖ ਰੱਖਿਆ ਆਰ ਜਾਂ ਪ੍ਰੋਡਕਟ, ਇਟ ਮੀਨਸ ਮੋਲਰ ਕੰਸਨਟ੍ਰੇਸ਼ਨ ਆਫ ਰਿਐਕਟੈਂਟ ਔਰ ਪ੍ਰੋਡਕਟ। ਠੀਕ ਹੈ ਜੀ। ਸੋ ਹੁੰਦਾ ਕੀ ਹੈ ਕਿ ਜਦੋਂ ਰਿਐਕਟੈਂਟਸ ਪ੍ਰੋਡਕਟ ਦੇ ਵਿੱਚ ਕਨਵਰਟ ਹੋ ਰਹੇ ਨੇ, ਸੋ ਰਿਐਕਟੈਂਟ ਦੀ ਕੰਸਨਟ੍ਰੇਸ਼ਨ ਘਟੀ ਜਾਊਗੀ, ਪ੍ਰੋਡਕਟ ਦੀ ਕੰਸਨਟ੍ਰੇਸ਼ਨ ਵਧੀ ਜਾਊਗੀ। ਸੋ ਹੁਣ ਅਸੀਂ ਰੇਟ ਆਫ ਰਿਐਕਸ਼ਨ ਲਿਖਣਾ ਹੈ, ਐਵਰੇਜ ਰੇਟ ਅਸੀਂ ਕਿਵੇਂ ਲਿਖਾਂਗੇ, ਮਾਈਨਸ ਡੈਲਟਾ ਆਰ ਓਵਰ ਡੈਲਟਾ ਟੀ, ਰਿਐਕਟੈਂਟ ਜਾਂ ਫਿਰ ਰਿਐਕਟੈਂਟ ਲਿਖਾਂਗੇ ਸਕੁਆਇਰ ਬ੍ਰੈਕਟ ਦੇ ਵਿੱਚ। ਸੋ ਉਹਦੇ ਨਾਲ ਮਾਈਨਸ ਦਾ ਸਾਈਨ ਲਗਾਇਆ ਗਿਆ, ਇਸ 'ਤੇ ਧਿਆਨ ਦਿਓ। ਮਾਈਨਸ ਦਾ ਮਤਲਬ ਕੀ ਹੈ, ਕਿਉਂਕਿ ਹੁਣ ਅਸੀਂ ਜੇ ਅਸੀਂ ਰਿਐਕਟੈਂਟ ਦੀ ਟਰਮਸ ਲਿਖ ਰਹੇ ਹਾਂ ਤਾਂ ਇੱਥੇ ਜਿਹੜੀ ਹੈ ਰਿਐਕਟੈਂਟ ਦੀ ਕੰਸਨਟ੍ਰੇਸ਼ਨ ਘਟ ਰਹੀ ਹੈ। ਸੋ ਫਾਈਨਲ ਮਾਈਨਸ ਇਨੀਸ਼ੀਅਲ, ਫਾਈਨਲ ਕੰਸਨਟ੍ਰੇਸ਼ਨ ਮਾਈਨਸ ਇਨੀਸ਼ੀਅਲ ਕੰਸਨਟ੍ਰੇਸ਼ਨ, ਇਨੀਸ਼ੀਅਲ ਜ਼ਿਆਦਾ ਸੀ, ਫਾਈਨਲ ਘੱਟ ਹੈ। ਸੋ ਫਿਰ ਜ਼ਿਆਦਾ ਦੇ ਮੂਹਰੇ ਸਾਈਨ ਕੀ ਹੈ, ਮਾਈਨਸ। ਇਹਦਾ ਮਤਲਬ ਇੱਥੇ ਕੀ ਆ ਜਾਊਗਾ, ਫਿਰ ਮਾਈਨਸ ਦਾ ਸਾਈਨ ਆ ਜਾਊਗਾ ਨਾ, ਤੇ ਰੇਟ ਤੋਂ ਮਾਈਨਸ ਹੋ ਨਹੀਂ ਸਕਦਾ। ਤੇ ਇਸ ਕਰਕੇ ਉਸ ਮਾਈਨਸ ਤੋਂ ਕੱਟਣ ਵਾਸਤੇ ਅਤੇ ਅੰਦਰ ਵਾਲੇ ਮਾਈਨਸ ਤੋਂ ਕੱਟਣ ਵਾਸਤੇ ਅਸੀਂ ਇੱਥੇ ਬਾਹਰ ਵਾਲੀ ਸਾਈਡ ਮਾਈਨਸ ਲਗਾਇਆ ਤਾਂ ਕਿ ਮਾਈਨਸ ਮਾਈਨਸ ਕੀ ਹੋ ਜਾਵੇ, ਪਲੱਸ ਹੋ ਜਾਵੇ। ਠੀਕ ਹੈ ਜੀ। ਸੋ ਜੇ ਅਸੀਂ ਇਨ ਟਰਮਸ ਆਫ ਕੰਸਨਟ੍ਰੇਸ਼ਨ ਆਫ ਰਿਐਕਟੈਂਟਸ ਲਿਖਣਾ ਹੈ ਰੇਟ ਨੂੰ, ਐਵਰੇਜ ਰੇਟ ਨੂੰ, ਤਾਂ ਵੀ ਵਿਲ ਪੁੱਟ ਮਾਈਨਸ ਸਾਈਨ, ਅਸੀਂ ਕੀ ਲਿਖਾਂਗੇ, ਮਾਈਨਸ ਡੈਲਟਾ ਆਰ ਓਵਰ ਡੈਲਟਾ ਟੀ। ਵੀ ਰਿਐਕਟੈਂਟਸ ਦੀ ਕੰਸਨਟ੍ਰੇਸ਼ਨ ਦੇ ਟਰਮਸ ਲਿਖਾਂਗੇ ਤਾਂ ਇੱਥੇ ਕੀ ਲਗਾਉਣਾ ਹੈ, ਮਾਈਨਸ। ਔਰ ਜੇ ਪ੍ਰੋਡਕਟਸ ਦੀ ਕੰਸਨਟ੍ਰੇਸ਼ਨ ਦੇ ਟਰਮਸ ਲਿਖਣਾ ਹੈ ਤਾਂ ਫਿਰ ਉੱਥੇ ਕੀ ਆ ਜਾਊਗਾ, ਪਲੱਸ। ਸੋ ਇੱਥੇ ਅਸੀਂ ਡੈਲਟਾ ਆਰ ਦੀ ਜਗ੍ਹਾ ਕੀ ਲਿਖ ਦਾਂਗੇ, ਪੀ, ਡੈਲਟਾ ਪੀ ਓਵਰ ਡੈਲਟਾ ਟੀ, ਜੋ ਕਿ ਇੱਥੇ ਲਿਖ ਰੱਖਿਆ। ਠੀਕ ਹੈ ਜੀ। ਹੁਣ ਯੂਨਿਟਸ ਵੀ ਦੇਖ ਲਓ, ਰੇਟ ਦੇ ਯੂਨਿਟਸ ਕੀ ਹੋਣਗੇ, ਉੱਪਰ ਕੀ ਹੈ ਕੰਸਨਟ੍ਰੇਸ਼ਨ, ਨੀਚੇ ਕੀ ਹੈ ਟਾਈਮ। ਸੋ ਕੰਸਨਟ੍ਰੇਸ਼ਨ ਦੇ ਯੂਨਿਟ ਸਾਨੂੰ ਪਤਾ ਹੈ ਕੀ ਹੁੰਦੇ ਨੇ, ਮੋਲਸ ਪਰ ਲੀਟਰ। ਕਨਸਨਟ੍ਰੇਸ਼ਨ ਦੀ ਯੂਨਿਟਸ ਕੀ ਹੁੰਦੇ ਨੇ, ਮੋਲ ਪਰ ਲੀਟਰ। ਔਰ ਟਾਈਮ ਦੇ ਕੀ ਹੋਣਗੇ, ਸੈਕਿੰਡਸ। ਸੋ ਇਹਨੂੰ ਜੇ ਅਸੀਂ ਸੈਕਿੰਡਸ ਉੱਪਰ ਲੈ ਕੇ ਜਾਵਾਂਗੇ ਤਾਂ ਸਾਡੇ ਕੋਲ ਕੀ ਬਣ ਗਿਆ, ਮੋਲ ਪਰ ਲੀਟਰ ਪਰ ਸੈਕਿੰਡ। ਸੋ ਇੱਥੇ ਲਿਖ ਰੱਖਿਆ। ਸੋ ਵਾਟ ਆਰ ਦ ਯੂਨਿਟਸ ਆਫ ਰੇਟ ਆਫ ਰਿਐਕਸ਼ਨ, ਮੋਲ ਪਰ ਲੀਟਰ ਪਰ ਸੈਕਿੰਡ। ਜੇ ਰਿਐਕਟੈਂਟ ਸਾਡੇ ਗੈਸ਼ੀਅਸ ਨੇ ਤਾਂ ਅਸੀਂ ਮੋਲ ਨਹੀਂ ਲਿਖਾਂਗੇ, ਮੋਲ ਪਰ ਲੀਟਰ ਨਹੀਂ ਲਿਖਾਂਗੇ, ਗੈਸਸ ਦਾ ਅਸੀਂ ਲਿਖਦੇ ਹਾਂ ਪ੍ਰੈਸ਼ਰ। ਸੋ ਵਿਚ ਇਜ਼ ਮੈਜਰਡ ਇਨ ਐਟਮੋਸਫੀਅਰ। ਸੋ ਫਿਰ ਉਸ 'ਤੇ ਕੀ ਆਊਗਾ, ਜੇ ਗੈਸ਼ੀਅਸ ਰਿਐਕਟੈਂਟ ਹੈ ਤਾਂ ਕੀ ਆਊਗਾ, ਐਟਮੋਸਫੀਅਰ ਪਰ ਸੈਕਿੰਡ। I hope it is clear to all of you.
सो ए है एवरेज रेट ऑफ रिएक्शन। जो इंस्टेंटेनियस लिखना है तो किसी पर्टिकुलर इंस्टेंट पे, सो दिस द प्रिसाइज रेट एट विच रिएक्टेंट स्पेसिफिक रिएक्टेंट इज रिएक्टिंग एट अ पर्टिकुलर इंस्टेंट इन टाइम। सो ਉਹਦੇ ਲਈ ਅਸੀਂ ਕੀ ਲਿਖਦੇ ਹਾਂ, ਡੈਲਟਾ ਆਰ ਇੰਸਟੈਂਟੇਨੀਅਸ ਇਜ਼ ਇਕੁਅਲ ਟੂ ਮਾਈਨਸ ਡੈਲਟਾ ਡੀ ਆਰ ਓਵਰ ਡੀ ਟੀ, ਵੀ ਕਿਸ ਸਪੀਡ ਤੇ ਜਿਹੜਾ ਹੈਗਾ ਰਿਐਕਟੈਂਟ ਪ੍ਰੋਡਕਟ ਦੇ ਵਿੱਚ ਕਨਵਰਟ ਹੋ ਰਿਹਾ। ਇੱਥੇ ਵੀ ਮਾਈਨਸ ਦਾ ਸਾਈਨ ਹੈ ਜੇ ਰਿਐਕਟੈਂਟ ਦੀ ਟਰਮ 'ਚ ਹੈ, ਜੇ ਪ੍ਰੋਡਕਟ ਦੀ ਟਰਮ 'ਚ ਹੈ ਤਾਂ ਕੀ ਹੈ, ਪਲੱਸ ਦਾ ਸਾਈਨ ਹੈ। ਠੀਕ ਹੈ ਜੀ। ਫੈਕਟਰਸ ਅਫੈਕਟਿੰਗ ਰੇਟਸ ਆਫ ਰਿਐਕਸ਼ਨਸ, ਕਿਹੜੀ ਕਿਹੜੀ ਗੱਲਾਂ ਨੇ ਜਿਨ੍ਹਾਂ ਤੇ ਰੇਟ ਆਫ ਰਿਐਕਸ਼ਨ ਡਿਪੈਂਡ ਕਰਦਾ ਹੈ, ਉਹ ਫੈਕਟਰਸ ਦੇਖਦੇ ਹਾਂ। ਸਭ ਤੋਂ ਇੰਪੋਰਟੈਂਟ ਫੈਕਟਰ ਹੈ ਇੱਥੇ ਕੌਨਸਨਟ੍ਰੇਸ਼ਨ। ਸੋ ਜੇ ਰਿਐਕਟੈਂਟ ਦੀ ਕੌਨਸਨਟ੍ਰੇਸ਼ਨ ਜ਼ਿਆਦਾ ਹੈ ਤਾਂ ਰੇਟ ਆਫ ਰਿਐਕਸ਼ਨ ਵਿਲ ਬੀ ਫਾਸਟ। ਹਾਇਰ ਦ ਰਿਐਕਟੈਂਟ ਕੌਨਸਨਟ੍ਰੇਸ਼ਨ, yeah, as the concentration of reactant increases, total number of particles per unit volume increase हो जाऊगा, which boost collision frequency, means जे particles की गिनती ज़्यादा है तो बहुत ज़्यादा जल्दी हो टकराउणगे तो rate of reaction fast हो जाएगा। जे particles की गिनती बहुत घट है तो ਉਹ ਟਕਰਾਉਣਗੇ ਹੀ ਨਹੀਂ ਤਾਂ ਰੇਟ ਕੀ ਹੋਊਗਾ, ਸਲੋ ਹੋਊਗਾ। ਸੋ ਕੌਨਸੈਂਟ੍ਰੇਸ਼ਨ ਤੇ ਵੀ ਡਿਪੈਂਡ ਕਰਦਾ ਹੈ। ਇਹਦਾ ਐਗਜ਼ਾਮਪਲ ਆਪਾਂ ਲੈ ਲੈਂਦੇ ਹਾਂ, ਜਿੱਦਾਂ ਆਪਾਂ ਲੌਗ ਵੁੱਡ ਦਾ ਲੌਗ ਜਲਾਉਂਦੇ ਹਾਂ ਤਾਂ ਸ਼ੁਰੂ ਦੇ ਵਿੱਚ ਤਾਂ ਉਹ ਲੱਕੜੀ ਬਹੁਤ ਤੇਜ਼ੀ ਨਾਲ, ਜਿਵੇਂ ਆਪਾਂ ਲੋਹੜੀ ਬਾਲਦੇ ਹਾਂ, ਆਪਾਂ ਲੱਕੜਾਂ ਲਗਾਈਆਂ ਹੋਈਆਂ ਨੇ, ਹੈ ਨਾ। ਸੋ ਸ਼ੁਰੂ 'ਚ ਤਾਂ ਬਹੁਤ ਜ਼ਿਆਦਾ ਫਲੇਮ ਹੁੰਦੀ ਹੈ, ਔਰ ਜਿਵੇਂ ਜਿਵੇਂ ਲੱਕੜੀ ਬਰਨ ਹੋ ਗਈ ਤਾਂ ਫਿਰ ਕੀ ਹੋ ਜਾਂਦੀ ਹੈ, ਸੇਕ ਵੀ ਘੱਟ ਜਾਂਦਾ ਹੈ ਤੇ ਰਿਐਕਸ਼ਨ ਸਲੋਜ਼ ਡਾਊਨ। ਸੋ ਕੌਨਸੈਂਟ੍ਰੇਸ਼ਨ ਜੇ ਜ਼ਿਆਦਾ ਹੈ ਤਾਂ ਰੇਟ ਹਾਈ ਹੈ, ਘਟ ਗਈ ਹੈ ਤਾਂ ਸਲੋ ਹੋ ਜਾਊਗਾ ਰੇਟ। ਨੈਕਸਟ ਪੁਆਇੰਟ ਪੈਰਾਮੀਟਰ ਇਜ਼, ਨੈਕਸਟ ਫੈਕਟਰ ਇਜ਼ ਟੈਂਪਰੇਚਰ। ਸੋ ਜੇ ਟੈਂਪਰੇਚਰ ਵਧੂਗਾ ਤਾਂ ਰੇਟ ਆਫ ਰਿਐਕਸ਼ਨ ਇੰਕਰੀਜ਼ ਹੋ ਜਾਊਗਾ। ਠੀਕ ਹੈ, ਟੈਂਪਰੇਚਰ ਵਧਣ ਦੇ ਨਾਲ ਰੇਟ ਆਫ ਰਿਐਕਸ਼ਨ ਇੰਕਰੀਜ਼ ਹੋ ਜਾਂਦਾ ਹੈ। ਕਿਉਂ? ਕਿਉਂਕਿ ਉਹਦੇ ਨਾਲ ਐਵਰੇਜ ਕਾਈਨੈਟਿਕ એનર્ਜੀ ਜਿਹੜੀ ਹੈ ਮੋਲੀਕਿਊਲਸ ਦੀ, ਉਹ ਇੰਕਰੀਜ਼ ਹੋ ਜਾਂਦੀ ਹੈ। ਠੀਕ, ਸੋ elevating temperature increases kinetic energy significantly, raising the fraction of molecules exceeding activation energy EA। ਯਾਨੀ ਕਿ ਦੇਖੋ ਰਿਐਕਸ਼ਨ ਦੇ ਵਿੱਚ ਕਿਹੜੇ ਕਿਹੜੇ ਮੋਲੀਕਿਊਲਸ ਪ੍ਰੋਡਕਟ ਬਣਾਉਣਗੇ ਜਿਨ੍ਹਾਂ ਦੀ एनर्जी ऑफ एक्टिवेशन तक पहुंच गई, एनर्जी जिन्हों की एनर्जी ई ए के बराबर पहुंच गई है, एनर्जी ऑफ एक्टिवेशन। सो जो असं टैंपरेचर बढ़ाओगे तो वह मॉलीक्यूल्स की गिनती बढ़ूगी जिन्हों की एनर्जी ऑफ एक्टिवेशन को क्रॉस कर गई है, तो रेट की हो जाऊगा, फास्ट हो जाऊगा। और ये देखा गया है कि एवरी 10 डिग्री सैल्सीयस जे टैंपरेचर राइज हो तो रेट ऑफ रिएक्शन की है, रेट 2 टाइम्स हो जाता है, रेट डबल्स, रेट ऑफ रिएक्शन डबल्स फॉर एवरी 10 डिग्री राइज इन टैंपरेचर। ये बहुत इंपॉर्टेंट फैक्टर है। सो टैंपरेचर बढ़ाए तो रेट ऑफ रिएक्शन फास्ट ही होएगा। ਇਹਦਾ ਆਪਾਂ ਬੇਸਿਕ ਐਗਜ਼ਾਮਪਲ ਲੈ ਲੈਂਦੇ ਹਾਂ ਕਾਮਨ ਡੇਲੀ ਲਾਈਫ 'ਚੋਂ। ਜੇ ਜਿਵੇਂ ਗਰਮੀਆਂ ਦੇ ਵਿੱਚ ਸਾਡੇ ਕੱਪੜੇ ਜਲਦੀ ਸੁੱਕ ਜਾਂਦੇ ਨੇ, ਸਰਦੀਆਂ ਦੇ ਵਿੱਚ ਦੇਰ 'ਚ ਸੁੱਕਦੇ ਨੇ। ਸੋ ਕੀ ਹੈ, ਇੱਥੇ ਟੈਂਪਰੇਚਰ ਵਧਿਆ ਹੋਇਆ ਹੈ ਤੇ ਜਲਦੀ ਇਵੈਪੋਰੇਸ਼ਨ ਹੋ ਜਾਂਦੀ ਹੈ, ਉਹ ਵੀ ਇੱਕ ਪ੍ਰੋਸੈਸ ਹੈ, ਭਾਵੇਂ ਫਿਜ਼ੀਕਲ ਹੈ, ਰਾਈਟ। ਨੈਕਸਟ ਜਿਹੜਾ ਹੈਗਾ ਫੈਕਟਰ ਉਹ ਕੀ ਹੈ, ਕੈਟਾਲਿਸਿਸ। ਕੈਟਲਿਸਟ ਕੀ ਕਰਦਾ ਹੈ, ਇਹ ਓਵਰਆਲ ਐਕਟੀਵੇਸ਼ਨ એનર્ਜੀ ਨੂੰ ਘਟਾ ਦਿੰਦਾ ਹੈ। એનર્ਜੀ ਬੈਰੀਅਰ ਹੁੰਦਾ ਜਿਹੜਾ ਵੀ ਹਾਂਜੀ ਰਿਐਕਸ਼ਨ ਹੋਣ ਲਈ ਇੰਨੀ ਕੁ એનર્ਜੀ ਹੋਣੀ ਚਾਹੀਦੀ ਹੈ। ਸੋ ਇਹ ਇਹਨੂੰ ਬੋਲਦੇ ਹਾਂ ਅਸੀਂ ਇੱਥੇ ਤੱਕ ਦੀ એનર્ਜੀ ਨੂੰ એનર્ਜੀ ਆਫ ਐਕਟੀਵੇਸ਼ਨ, ਵੀ ਉਹੀ ਜਿਹੜੇ ਮੋਲੀਕਿਊਲਸ ਪ੍ਰੋਡਕਟ ਦੇ ਵਿੱਚ ਕਨਵਰਟ ਹੋਣਗੇ ਜਿਨ੍ਹਾਂ ਦੀ એનર્ਜੀ ਇਹਦੇ ਬਰਾਬਰ ਹੈ એનર્ਜੀ ਆਫ ਐਕਟੀਵੇਸ਼ਨ ਦੇ। ਸੋ ਕੈਟਲਿਸਟ ਪਾਉਣ ਨਾਲ ਕੀ ਹੁੰਦਾ ਹੈ, એનર્ਜੀ ਆਫ ਐਕਟੀਵੇਸ਼ਨ ਦੀ एनर्जी ऑफ एक्टिवेशन की जी रिक्वायरमेंट है इट डिक्रीजेस। सो कैटलिस्ट की करता है, इट प्रोवाइड्स एन ऑल्टरनेट पाथ, कोई ऑल्टरनेट पाथ ਉਹਦਾ मैकेनिज्म भी होर होगा वो प्रोवाइड करता ਜਿਹਦੇ ਵਿੱਚ एनर्जी ऑफ एक्टिवेशन की डिमांड जी घट जाती है। सो इट स्पीड्स अप रिएक्शन। पर इतने खास गल ये है कि जे कोई रिएक्शन रिवर्सिबल है, रिएक्टेंट टू प्रोडक्ट, लेकिन प्रोडक्ट टू रिएक्टेंट भी बन रहे हैं। इफ द रिएक्शन इज रिवर्सिबल तो फिर बोथ फॉरवर्ड रिएक्शन भी फास्ट हो जाएगा तो बैकवर्ड भी फास्ट होएगा। इस चीज़ का तुसी ध्यान रखना है। सो कैटलिस्ट अफेक्ट करता है रेट में, जरूर तेज भी करता है रेट, पर दोनों करूगा जे कोई रिएक्शन रिवर्सिबल है। ठीक है जी। सो आ टैंपरेचर एंड एनर्जी बैरीयर जिदी मैं ग्राफ बना रही थी, तुहानूं दिखा रही सी। सो 10 डिग्री रूल ऑफ थंब एक ही है कि फॉर मैनी रिएक्शंस जी मैं तुहानूं पहला दस के हटी है, रेजिंग टैंपरेचर बाय 10 डिग्री अप्रोक्सीमेटली डबल्स और ट्रिपल्स द रेट ऑफ रिएक्शन। ठीक है। और बोल्ट्जमैन डिस्ट्रीब्यूशन की है, उन्होंने इस तरह बेटा जिवें आप देख रहे हो ग्राफ। सो उन्होंने ग्राफ बना के प्लॉट किया सीगा एनर्जी ऑफ मॉलीक्यूल्स नूं, जिवें इधर तुसीं देख रहे हो इत्थे एनर्जी है। ठीक है। सो इत्थे की है, गिनती है, मॉलीक्यूल्स की गिनती है इत्थे। सो जिवें जिवें आ ग्राफ नूं तुसीं ध्यान नाल देखो, इस तरह ग्राफ जा रहा है, यानी कि इस लैवल तक एनर्जी ऑफ एक्टिवेशन है।
ਜਿੰਨਾ ਮੋਲੀਕਿਊਲਸ ਦੀ એનર્ਜੀ ਐਕਟੀਵੇਸ਼ਨ એનર્ਜੀ ਦੇ ਬਰਾਬਰ ਪਹੁੰਚ ਗਈ ਈ ਦੇ ਬਰਾਬਰ, ਉਹ ਤਾਂ ਪ੍ਰੋਡਕਟ 'ਚ ਕਨਵਰਟ ਹੋ ਜਾਣਗੇ, ਜਿਨ੍ਹਾਂ ਦੀ ਨਹੀਂ ਪਹੁੰਚੀ ਉਹ ਨਹੀਂ ਹੋਣਗੇ। ਠੀਕ ਹੈ, ਸੋ ਜੇ ਹੁਣ ਕੈਟਲਿਸਟ ਲਗਾ ਦਈਏ, ਇੱਥੇ ਕੈਟਲਿਸਟ ਵਾਲਾ ਵੀ ਗ੍ਰਾਫ ਬਣਾਇਆ ਹੋਇਆ ਨੀਚੇ ਵਾਲੀ ਸਾਈਡ, ਆਹ ਵਾਲਾ ਦੇਖੋ ਕੈਟਲਿਸਟ ਦੇ ਨਾਲ ਹੈ। ਜੇ ਅਸੀਂ ਕੈਟਲਿਸਟ ਪਾਤਾ ਤਾਂ ਤੁਸੀਂ ਦੇਖ ਰਹੇ ਹੋ એનર્ਜੀ ਆਫ ਐਕਟੀਵੇਸ਼ਨ ਦੀ ਰਿਕੁਆਇਰਮੈਂਟ ਹੀ ਘਟ ਗਈ। ਹੁਣ ਇੱਥੇ ਈ ਏ ਐਸ ਬਰਾਬਰ ਆ ਗਈ, ਈ ਏ ਪ੍ਰਾਈਮ ਲਿਖ ਦਿਓ ਇਹਨੂੰ, એનર્ਜੀ ਆਫ ਐਕਟੀਵੇਸ਼ਨ ਹੀ ਡਿਕਰੀਜ਼ ਕਰ ਦਿੰਦਾ ਹੈ। ਕੌਣ? ਕੈਟਲਿਸਟ। ਸੋ ਫਿਰ ਇੰਨੀ ਕੁ એનર્ਜੀ ਤਾਂ ਹਰੇਕ ਮੋਲੀਕਿਊਲ ਕੋਲ ਹੋਊਗੀ, ਉਹ ਮਤਲਬ ਜ਼ਿਆਦਾ ਮੋਲੀਕਿਊਲਸ ਕੋਲ ਹੋਊਗੀ ਇੰਨੀ ਵਾਲੀ એનર્ਜੀ, ਇੰਨੀ ਘੱਟ ਕੋਲ ਹੋਊਗੀ। ਸੋ ਜੇ ਅਸੀਂ ਕੈਟਲਿਸਟ ਯੂਜ਼ ਕਰਦੇ ਹਾਂ ਤਾਂ ਜ਼ਿਆਦਾ ਮੋਲੀਕਿਊਲਸ ਇਸ ਬੈਰੀਅਰ ਨੂੰ ਕ੍ਰਾਸ ਕਰ ਪਾਉਣਗੇ। ਸੋ ਦਿਸ ਇਜ਼ ਅ ਰੀਜ਼ਨ ਵਾਈ ਕੈਟਲਿਸਟ ਇੰਕਰੀਜ਼es ਦ ਰੇਟ ਆਫ ਰਿਐਕਸ਼ਨ। ਠੀਕ ਹੈ, ਸਰਫੇਸ ਏਰੀਆ ਐਂਡ ਕੋਲੀਜਨ ਥਿਊਰੀ। ਹੁਣ ਰੇਟ ਆਫ ਰਿਐਕਸ਼ਨ ਨੂੰ ਸਮਝਾਉਣ ਦੇ ਲਈ ਥਿਊਰੀਜ਼ ਨੇ। ਪਹਿਲੀ ਹੈਗੀ ਹੈ ਕੋਲੀਜਨ ਥਿਊਰੀ। ਉਹ ਕੀ ਦੱਸਦੀ ਹੈ? ਉਹ ਕਹਿੰਦੀ ਹੈ ਵੀ ਰਿਐਕਸ਼ਨਸ ਅਕਰ ਓਨਲੀ ਵੈਨ ਰਿਐਕਟੈਂਟ ਪਾਰਟੀਕਲਸ ਕੋਲਾਈਡ ਵਿਦ ਸਫੀਸ਼ੀਐਂਟ એનર્ਜੀ। ਉਹ એનર્ਜੀ ਸ਼ੁੱਡ ਬੀ ਗ੍ਰੇਟਰ ਦੇਨ ਔਰ ਇਕੁਅਲ ਟੂ ਐਕਟੀਵੇਸ਼ਨ એનર્ਜੀ ਐਂਡ ਪ੍ਰੋਪਰ ਸਪੈਸ਼ਲ ਓਰੀਐਂਟੇਸ਼ਨ। ਮਤਲਬ ਕਿ ਮੋਲੀਕਿਊਲਸ ਦੀ ਓਰੀਐਂਟੇਸ਼ਨ ਵੀ ਸਹੀ ਹੋਣੀ ਚਾਹੀਦੀ ਹੈ। ਮੰਨ ਲਓ ਜਿੱਦਾਂ ਆਪਾਂ ਬਣਾ ਦਿੰਦੇ ਹਾਂ, ਇਹ ਮੈਂ ਵਾਟਰ ਬਣਾ H2O। ਠੀਕ ਹੈ, ਆਹ ਦੋ ਛੋਟੇ ਛੋਟੇ ਹਾਈਡਰੋਜਨ ਨੇ, ਇਹ ਆਕਸੀਜਨ ਹੈ। ਮੰਨ ਲਓ ਇਹਦਾ ਰਿਐਕਸ਼ਨ ਕਰਨਾ ਆਪਾਂ ਕਿਸੇ ਚੀਜ਼ ਦੇ ਨਾਲ, ਤੇ ਮੰਨ ਲਓ ਇੱਥੇ ਕੋਈ ਪਾਰਟੀਕਲ, ਹੁਣ ਆਕਸੀਜਨ ਦਾ ਆਕਸੀਜਨ ਦੇ ਨਾਲ ਜੇ ਰਿਐਕਸ਼ਨ ਨਹੀਂ ਹੋਊਗਾ, ਤਾਂ ਜਿਵੇਂ ਹੁਣ ਹਾਈਡਰੋਜਨ ਪਰਆਕਸਾਈਡ ਹੀ ਬਣਾ ਰਹੇ ਸੀ, ਤਾਂ ਫਿਰ ਜੇ ਇਹਦੇ ਡਾਇਰੈਕਟ ਕੁਝ ਵੀ ਜਿਹੜੀ ਵੀ ਚੀਜ਼ ਨੇ ਰਿਐਕਟ ਕਰਨਾ ਉਹ ਆਮੋ ਸਾਹਮਣੇ ਹੋਣਾ ਜ਼ਰੂਰੀ ਹੈ। ਜੇ ਨਹੀਂ ਹੋਊਗਾ ਤਾਂ ਰਿਐਕਸ਼ਨ ਨਹੀਂ ਹੋਊਗਾ। ਸੋ ਓਰੀਐਂਟੇਸ਼ਨ ਵੀ ਬਹੁਤ ਜ਼ਰੂਰੀ ਹੈ। ਜਿਸ ਮੋਲੀਕਿਊਲ ਦੇ ਨਾਲ ਉਹਨੂੰ ਰਿਐਕਟ ਕਰਨਾ ਉਹਨੂੰ ਫੇਸ ਕਰਨਾ ਚਾਹੀਦਾ ਹੈ। ਠੀਕ ਹੈ, ਸਰਫੇਸ ਏਰੀਆ ਇੰਪੈਕਟ। ਸਰਫੇਸ ਏਰੀਆ ਬੇਟਾ ਜਿੰਨਾ ਜ਼ਿਆਦਾ ਹੋਊਗਾ ਉਨਾ ਹੀ ਉਹ ਐਕਸਪੋਜ਼ਰ ਜ਼ਿਆਦਾ ਮਿਲੂਗਾ। ਰਿਐਕਟੈਂਟਸ ਜਿਹੜੇ ਨੇ ਐਕਸਪੋਜ਼ ਹੋਣਗੇ। ਜੇ ਇੱਕ ਪਾਸੇ ਤੁਸੀਂ ਵੱਡਾ ਕੋਈ ਚੀਜ਼ ਰੱਖਤਾ ਰਿਐਕਟੈਂਟ, ਇੱਕ ਪਾਸੇ ਉਸੇ ਨੂੰ ਛੋਟੇ 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 ਪਾਰਟੀਕਲਸ ਕਨਵਰਟ ਕਰਤਾ, ਪੀਸਤਾ, ਤਾਂ ਕਿਹਦਾ ਰਿਐਕਸ਼ਨ ਫਾਸਟ ਹੋਊਗਾ? ਜਿਹਦਾ ਅਸੀਂ ਪਾਊਡਰ ਬਣਾਇਆ, ਪੀਸਿਆ ਹੋਇਆ, ਕਿਉਂਕਿ ਇੱਥੇ ਸਰਫੇਸ ਏਰੀਆ ਇੰਕਰੀਜ਼ ਹੋ ਗਿਆ। ਇੱਥੇ ਹਰ ਪਾਸੋਂ ਐਕਸਪੋਜ਼ ਹੋਊਗਾ ਇਹ ਰਿਐਕਟੈਂਟ। ਠੀਕ ਹੈ ਨਾ, ਆਪਸ 'ਚ ਰਿਐਕਟੈਂਟ ਟਕਰਾਉਣਗੇ। ਇੱਥੇ ਜਿਹੜਾ ਸਿਰਫ ਸਰਫੇਸ ਜਿਹੜਾ ਉੱਪਰ ਵਾਲਾ ਹਿੱਸਾ ਟਕਰਾਊਗਾ। ਸੋ ਇਸ ਕਰਕੇ ਇਹਦੇ 'ਚ ਰਿਐਕਸ਼ਨ ਜਿਹੜਾ ਹੈ ਸਲੋ ਹੋਊਗਾ। ਇਸ ਪਾਸੇ ਜੇ ਪਾਊਡਰ ਕਰਤਾ ਤਾਂ ਰਿਐਕਸ਼ਨ ਕੀ ਹੋਊਗਾ? ਫਾਸਟ ਹੋਊਗਾ। ਠੀਕ, ਦੈਨ ਪ੍ਰੈਸ਼ਰ ਇਫੈਕਟ। ਕੀ ਹੋਊਗਾ ਜਦੋਂ ਅਸੀਂ ਪ੍ਰੈਸ਼ਰ ਇੰਕਰੀਜ਼ ਕਰਦੇ ਹਾਂ? ਇਹ ਗੈਸ਼ੀਅਸ ਰਿਐਕਟੈਂਟਸ ਵਾਸਤੇ ਹੁੰਦਾ ਹੈ। ਸੋ ਕੰਪਰੈਸ਼ਨ ਜੇ ਕਰੋਗੇ, ਕੰਪਰੈਸ਼ਨ ਆਫ ਗੈਸ਼ੀਅਸ ਸਿਸਟਮ ਰੇਜ਼ਸ ਇਫੈਕਟਿਵ ਕੌਨਸੈਂਟਰੇਸ਼ਨ। ਜੇ ਤੁਸੀਂ ਪ੍ਰੈਸ਼ਰ ਵਧਾਓਗੇ ਤਾਂ ਮੋਲੀਕਿਊਲਸ ਇੱਕ ਦੂਸਰੇ ਦੇ ਨੇੜੇ ਨੇੜੇ ਆ ਜਾਣਗੇ, ਤਾਂ ਇਫੈਕਟਿਵ ਕੌਨਸੈਂਟਰੇਸ਼ਨ ਵੱਧ ਜੂਗੀ ਤੇ ਕੋਲੀਜਨ ਫ੍ਰੀਕੁਐਂਸੀ ਵਧੂਗੀ। ਸੋ ਰੇਟ ਆਫ ਰਿਐਕਸ਼ਨ ਵਿਲ ਇੰਕਰੀਜ਼। ਠੀਕ ਹੈ, ਸੋ ਇਹ ਸੀਗੇ ਕੁਝ ਫੈਕਟਰਸ ਵਿਚ ਅਫੈਕਟ ਦਾ ਰੇਟ ਆਫ ਰਿਐਕਸ਼ਨ। ਨੈਕਸਟ ਟੌਪਿਕ ਇਜ਼ ਆਰਡਰ ਆਫ ਅ ਰਿਐਕਸ਼ਨ। ਆਰਡਰ ਕੀ ਹੁੰਦਾ ਹੈ ਤੇ ਰੇਟ ਲਾਅ ਕੀ ਹੁੰਦਾ ਹੈ ਤੇ ਓਵਰਆਲ ਰਿਐਕਸ਼ਨ ਦਾ ਆਰਡਰ ਕੀ ਹੁੰਦਾ ਹੈ, ਇਹ ਦੇਖਦੇ ਹਾਂ। ਰੇਟ ਲਾਅ ਐਂਡ ਆਰਡਰ ਕਨਸੈਪਟ। ਸਭ ਤੋਂ ਪਹਿਲਾਂ ਤਾਂ ਅਸੀਂ ਇਹ ਸਿੱਖੀਏ ਵੀ ਰੇਟ ਲਾਅ ਕੀ ਹੁੰਦਾ ਹੈ। ਬੇਟਾ ਰੇਟ ਲਾਅ ਇੱਕ ਐਕਸਪ੍ਰੈਸ਼ਨ ਹੁੰਦਾ ਹੈ ਜਿਹਦੇ ਵਿੱਚ ਅਸੀਂ ਰੇਟ ਨੂੰ ਐਕਸਪ੍ਰੈਸ ਕਰਦੇ ਹਾਂ ਇਨ ਟਰਮਸ ਆਫ ਪ੍ਰੋਡਕਟ ਆਫ ਕਨਸੈਂਟਰੇਸ਼ਨ ਆਫ ਰਿਐਕਟੈਂਟਸ। ਠੀਕ, ਸੋ ਇਟ ਐਕਸਪ੍ਰੈਸਸ ਦ ਰਿਐਕਸ਼ਨ ਐਜ਼ the function of concentrations raised to specific powers। ਤੁਸੀਂ ਇਹ ਦੇਖ ਰਹੇ ਹੋ, ਇਹਦੇ A ਦੇ ਉੱਤੇ ਕੁਝ ਲਿਖ ਰੱਖਿਆ, ਪਾਵਰ ਲਿਖ ਰੱਖਿਆ x, ਔਰ B ਦੇ ਉੱਤੇ ਲਿਖ ਰੱਖਿਆ y। ਠੀਕ ਹੈ, ਸੋ ਇਹ ਜਿਹੜੇ x ਔਰ y ਹੈ ਇਹਨਾਂ ਦਾ ਹੀ ਸਮ ਹੁੰਦਾ ਹੈ, ਜਿਹਨੂੰ ਅਸੀਂ ਕੀ ਬੋਲਦੇ ਹਾਂ? ਆਰਡਰ। ਠੀਕ ਹੈ, ਓਵਰਆਲ ਆਰਡਰ ਕੀ ਹੋ ਜਾਊਗਾ? ਫਿਰ ਉਹਨੂੰ ਲਿਖਦੇ ਆਪਾਂ n ਨਾਲ, n is equal to x plus y। n it denotes order of a reaction। ਸੋ ਆਰਡਰ ਕੀ ਹੋ ਗਿਆ? ਜਿਵੇਂ ਮੈਂ ਤੁਹਾਨੂੰ ਪੂਰਾ ਹੀ ਐਕਸਪ੍ਰੈਸ਼ਨ ਲਿਖ ਕੇ ਦਿਖਾਉਂਦੀ ਹਾਂ। ਜੇ ਅਸੀਂ ਲਿਖਦੇ ਹਾਂ ਰੇਟ, ਜਿਹੜਾ ਰੇਟ ਲਾਅ ਹੈ, ਪਹਿਲਾਂ ਤਾਂ ਰੇਟ ਲਾਅ ਦੇ ਵਿੱਚ ਮੈਂ ਤੁਹਾਨੂੰ ਲਿਖਣਾ ਸਿਖਾ ਦਿੰਦੀ ਹਾਂ। ਰੇਟ ਇਜ਼ ਰਿਟਨ ਐਜ਼ ਕੇ, ਜਿਹਨੂੰ ਕੀ ਬੋਲਦੇ? ਰੇਟ ਕਾਂਸਟੈਂਟ ਇਨਟੂ ਪ੍ਰੋਡਕਟ ਆਫ ਕਨਸੈਂਟਰੇਸ਼ਨ ਆਫ ਰਿਐਕਟੈਂਟਸ। ਮੰਨ ਲਓ ਇਹ ਹੈ ਕੋਈ A ਰਿਐਕਟੈਂਟ ਹੈ, ਇਹਦੀ ਪਾਵਰ ਹੈਗੀ ਹੈ x, ਤੇ ਆ ਕੋਈ B ਰਿਐਕਟੈਂਟ ਹੈ, ਇਹਦੀ ਪਾਵਰ ਹੈਗੀ ਹੈ y। ਹੁਣ ਆ ਜਿਹੜੇ ਪਾਵਰਸ ਨੇ, ਇਹਨਾਂ ਦਾ ਜਿਹੜਾ ਸਮ ਹੈ ਉਸੇ ਨੂੰ ਬੋਲਿਆ ਜਾਂਦਾ ਆਰਡਰ। ਸੋ ਵਾਟ ਇਜ਼ ਆਰਡਰ? ਉਹਨੂੰ ਇਟ ਇਜ਼ ਨੋਟਡ ਬਾਈ n, ਇਟ ਵਿਲ ਬੀ ਇਕੁਅਲ ਟੂ ਸਮ ਆਫ x plus y। ਸੋ ਦਿਸ ਇਹਨਾਂ ਪਾਵਰਸ ਦਾ ਹੀ ਸਮ ਹੁੰਦਾ ਜਿਹਨੂੰ ਕਿ ਅਸੀਂ ਕੀ ਬੋਲਦੇ ਆ? ਆਰਡਰ ਬੋਲਦੇ ਆ। ਠੀਕ ਹੈ, ਸੋ ਮੰਨ ਲਓ ਪਾਵਰ ਦੋਨਾਂ ਦੀ 1 1 ਹੈ, A ਦੇ ਉੱਤੇ ਵੀ 1 ਹੈ, B ਦੇ ਉੱਤੇ ਵੀ 1, ਤੇ ਫਿਰ ਆਰਡਰ ਕਿੰਨਾ ਹੋਇਆ? 1 + 1 = 2। ਠੀਕ ਹੈ, ਸੋ ਆਰਡਰ ਦੀ ਵੈਲਿਊ ਜਿਹੜੀ ਹੈ ਉਹ ਕੀ ਹੋ ਸਕਦੀ ਹੈ? ਜ਼ੀਰੋ ਆਰਡਰ ਰਿਐਕਸ਼ਨ ਵੀ ਹੋ ਸਕਦਾ ਹੈ, ਫਸਟ ਆਰਡਰ ਰਿਐਕਸ਼ਨ ਵੀ ਹੋ ਸਕਦਾ ਹੈ, ਸੈਕੰਡ ਆਰਡਰ ਰਿਐਕਸ਼ਨ ਵੀ ਹੋ ਸਕਦਾ ਹੈ। ਠੀਕ ਹੈ, ਸੋ ਇਹ ਅਲੱਗ-ਅਲੱਗ ਆਰਡਰਸ ਹੁੰਦੇ ਨੇ। ਤੁਹਾਨੂੰ ਇਹਦੇ ਬਾਰੇ 'ਚ ਅਗਲੇ ਵੀਡੀਓ 'ਚ ਮੈਂ ਦੱਸੂੰਗੀ।
ਜ਼ੀਰੋ ਆਰਡਰ ਰਿਐਕਸ਼ਨ ਕਿਹੜਾ ਹੋਊਗਾ ਜਿਹਦੀ ਪਾਵਰ ਜ਼ੀਰੋ ਹੈ, ਯਾਨੀ ਕਿ ਇਹਦਾ ਐਗਜ਼ਾਮਪਲ ਮੈਂ ਤੁਹਾਨੂੰ ਦੱਸ ਹੀ ਦਿੰਦੀ ਹਾਂ। ਡੀਕੰਪੋਜੀਸ਼ਨ ਆਫ ਅਮੋਨੀਆ, ਅਮੋਨੀਆ ਜਦੋਂ ਟੁੱਟਦਾ ਹੈ ਤਾਂ ਇਹਦਾ ਅਸੀਂ ਰੇਟ ਲਿਖਦੇ ਹਾਂ, ਰੇਟ ਇਜ਼ ਇਕੁਅਲ ਟੂ ਕੇ ਕੌਨਸੈਂਟਰੇਸ਼ਨ ਆਫ ਅਮੋਨੀਆ, ਬਟ ਇਹਦੀ ਪਾਵਰ ਲਿਖ ਦਿੰਦੇ ਹਾਂ ਜ਼ੀਰੋ। ਇਹਦਾ ਮਤਲਬ ਕੀ ਹੈ, rate of decomposition of ammonia does not depend upon concentration of ammonia, something raised to power 0 ਕੀ ਹੋ ਗਿਆ 1 ਹੋ ਗਿਆ। ਇਹਦਾ ਮਤਲਬ ਇਹਦਾ ਜਿਹੜਾ ਰੇਟ ਹੈ, ਰੇਟ ਇਜ਼ ਇਕੁਅਲ ਟੂ ਕੇ ਓਨਲੀ, ਕਿਉਂਕਿ ਇਹਦੀ ਵੈਲਿਊ ਕੀ ਆ ਗਈ 1 ਬਣ ਗਈ। ਸੋ ਰੇਟ ਇਜ਼ ਇੰਡੀਪੈਂਡੈਂਟ ਆਫ ਕੌਨਸੈਂਟਰੇਸ਼ਨ। ਬੇਸਿਕਲੀ ਜ਼ੀਰੋ ਆਰਡਰ ਦਾ ਮਤਲਬ ਕੀ ਹੈ ਕਿ ਰੇਟ ਆਫ that reaction is independent of concentration। ਜਿਵੇਂ ਰੇਟ ਇਜ਼ ਇਕੁਅਲ ਟੂ ਕੇ, ਸਮਥਿੰਗ ਰੇਸਡ ਟੂ ਪਾਵਰ 0 ਕੀ ਆ ਗਿਆ 1 ਆ ਗਿਆ। ਸੋ ਫਿਰ ਇਹਦਾ ਕੰਸਨਟ੍ਰੇਸ਼ਨ ਤੇ ਫਰਕ ਪਿਆ ਨਹੀਂ, ਉਹ ਰੇਟ ਕਾਂਸਟੈਂਟ ਦੇ ਬਰਾਬਰ ਹੀ ਉਹਦਾ ਰੇਟ ਹੋ ਜਾਊਗਾ। ਉੱਦਾਂ ਦੇ ਅਸੀਂ ਰਿਐਕਸ਼ਨ ਨੂੰ ਬੋਲਦੇ ਹਾਂ ਜ਼ੀਰੋ ਆਰਡਰ ਰਿਐਕਸ਼ਨ। ਤੇ ਇੱਕ ਹੋਰ ਟਰਮ ਹੈ ਬੇਟਾ ਮੋਲੀਕੂਲੈਰਿਟੀ। ਮੋਲੀਕੂਲੈਰਿਟੀ ਕੀ ਹੁੰਦੀ ਹੈ? ਇਟ ਇਜ਼ ਅ ਨੰਬਰ ਆਫ ਕੋਲਾਈਡਿੰਗ ਸਪੀਸ਼ੀਜ਼ ਇਨ ਐਨ ਐਲੀਮੈਂਟਰੀ ਸਟੈਪ। ਸੋ ਇਹਦਾ ਹਮੇਸ਼ਾ ਪੋਜ਼ਿਟਿਵ ਇੰਟੀਜਰ ਵੈਲਿਊ ਹੋਊਗੀ, ਜਾਂ ਤਾਂ ਮੋਲੀਕੂਲੈਰਿਟੀ 1 ਹੋਊਗੀ ਜਾਂ 2 ਹੋਊਗੀ ਜਾਂ 3 ਹੋਊਗੀ, ਤੇ ਫ੍ਰੈਕਸ਼ਨ ਨਹੀਂ ਹੋ ਸਕਦੀ। ਆਰਡਰ ਦੇ ਬਸ ਕੇਸ 'ਚ ਆਰਡਰ ਕੈਨ ਬੀ ਫ੍ਰੈਕਸ਼ਨਲ, ਜਿਵੇਂ ਆਰਡਰ ਹੋ ਸਕਦਾ 1.5 ਹੋ ਸਕਦਾ ਹੈ, 2.5 ਹੋ ਸਕਦਾ ਹੈ ਨਾ। ਆਰਡਰ ਕੈਨ ਬੀ ਫ੍ਰੈਕਸ਼ਨਲ ਬਟ ਮੋਲੀਕੂਲੈਰਿਟੀ ਕੈਨ ਨੈਵਰ ਬੀ ਫ੍ਰੈਕਸ਼ਨਲ। ਮੋਲੀਕੂਲੈਰਿਟੀ ਦਾ ਮਤਲਬ ਹੀ ਇਹ ਹੈ ਵੀ ਕਿੰਨੇ ਮੋਲੀਕਿਊਲ ਟਕਰਾ ਰਹੇ ਨੇ ਸਾਈਮਲਟੇਨੀਅਸਲੀ, ਇੱਕ ਟਕਰਾ ਰਿਹਾ ਹੈ ਜਾਂ ਇੱਕੋ ਹੀ ਡੀਕੰਪੋਜ਼ ਹੋ ਰਿਹਾ ਹੈ ਮੋਲੀਕਿਊਲ। ਜਿੱਦਾਂ ਕਿ ਆਪਾਂ ਡੀਕੰਪੋਜੀਸ਼ਨ ਅਮੋਨੀਆ ਦੀ ਗੱਲ ਕਰਤੇ ਤਾਂ ਉਹ ਯੂਨੀਮੋਲੀਕੂਲਰ ਹੈ ਨਾ, ਜਾਂ ਹਾਈਡਰੋਜਨ ਪਰਆਕਸਾਈਡ ਦੀ ਡੀਕੰਪੋਜੀਸ਼ਨ ਹੋ ਰਹੀ ਤੇ ਇਕੱਲਾ ਮੋਲੀਕਿਊਲ ਹੀ ਟੁੱਟ ਰਿਹਾ, ਫਿਰ ਤਾਂ ਯੂਨੀਮੋਲੀਕੂਲਰ ਹੈ। ਸੋ ਜੇ ਦੋ ਮੋਲੀਕਿਊਲ ਟਕਰਾ ਰਹੇ ਨੇ ਤਾਂ ਉਹ ਕੀ ਹੋ ਗਿਆ ਬਾਈ ਮੋਲੀਕੂਲਰ। ਠੀਕ ਹੈ, ਮੋਲੀਕੂਲੈਰਿਟੀ ਜਿਹੜੀ ਹੈਗੀ ਆ ਉਹ 1 ਹੋ ਸਕਦੀ ਹੈ, 2 ਹੋ ਸਕਦੀ ਹੈ, 3 ਹੋ ਸਕਦੀ ਹੈ ਐਂਡ ਸੋ ਔਨ। ਸੋ ਮੋਲੀਕੂਲੈਰਿਟੀ ਜਿਹੜੀ ਉਹ ਫ੍ਰੈਕਸ਼ਨਲ ਨਹੀਂ ਹੋ ਸਕਦੀ ਔਰ ਜ਼ੀਰੋ ਵੀ ਨਹੀਂ ਹੋ ਸਕਦੀ। ਇਹਦੇ ਕੀ ਹੋਣਗੇ ਹੋਲ ਨੰਬਰ, ਇਹਦੇ ਪੋਜ਼ਿਟਿਵ ਇੰਟੀਜਰਸ ਹੋਣਗੇ। ਇੱਥੇ ਜਿਹੜਾ ਹੈ ਆਰਡਰ, ਆਰਡਰ ਜਿਹੜਾ ਹੈ ਉਹ ਜ਼ੀਰੋ ਵੀ ਹੋ ਸਕਦਾ ਹੈ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਡੀਕੰਪੋਜੀਸ਼ਨ ਆਫ ਅਮੋਨੀਆ ਦੇ ਵਿੱਚ। ਠੀਕ ਹੈ ਜੀ। ਸੋ ਇਹ ਸੀਗਾ ਤੁਹਾਡਾ ਥੋੜਾ ਜਿਹਾ ਬੇਸਿਕ ਨੌਲੇਜ ਅਬਾਊਟ ਆਰਡਰ, ਮੋਲੀਕੂਲੈਰਿਟੀ ਐਂਡ ਰੇਟ ਆਫ ਰਿਐਕਸ਼ਨ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੈ। ਥੈਂਕ ਯੂ ਫॉर ਵਾਚਿੰਗ।